ਮੈਂ ਇੱਕ NGO ਵਿੱਚ ਕੰਮ ਕਰਦਾ ਹਾਂ। ਇੱਕ ਪ੍ਰੋਜੈਕਟ ਦੇ ਸਿਲਸਿਲੇ ਵਿੱਚ ਮੈਨੂੰ ਇੱਕ ਬਿਰਧ ਆਸ਼ਰਮ ਵਿੱਚ ਜਾਣਾ ਪਿਆ, ਜਿੱਥੇ ਮੈਨੂੰ ਇੱਕ ਬੇਸਹਾਰਾ ਮਾਂ ਮਿਲੀ, ਜਿਸ ਦੇ ਬੱਚਿਆਂ ਨੂੰ ਉਸ ਮਾਂ ਦੀ ਕੋਈ ਕਦਰ ਨਹੀਂ ਸੀ, ਜੋ ਤੁਹਾਨੂੰ ਬਹੁਤ ਕੁਝ ਸੋਚਣ ਲਈ ਮਜਬੂਰ ਕਰੇਗਾ। ਤਾਂ ਆਓ ਉਸ ਮਾਂ ਦੀ ਦਰਦ ਭਰੀ ਕਹਾਣੀ ਉਸ ਦੇ ਮੂੰਹ ਤੋਂ ਹੀ ਸੁਣਦੇ ਹਾਂ। ਮਾਤਾ ਨੇ ਕਿਹਾ, ਮੈਂ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ। ਇਕਲੌਤੀ ਹੋਣ ਕਰਕੇ ਮੈਂ ਆਪਣੇ ਮਾਪਿਆਂ ਦੀ ਅੱਖਾਂ ਦਾ ਤਾਜ ਸੀ। ਮੇਰੇ ਮਾਪਿਆਂ ਨੇ ਮੇਰੀ ਹਰ ਖਵਾਇਸ਼ ਪੂਰੀ ਕੀਤੀ। ਹੌਲੀ ਹੌਲੀ ਮੈਂ ਵੱਡੀ ਹੁੰਦੀ ਗਈ ਤੇ ਹਰ ਮਾਤਾ ਪਿਤਾ ਵਾਂਗ ਮੇਰੇ ਮਾਤਾ ਪਿਤਾ ਵੀ ਮੇਰੇ ਵਿਆਹ ਦੀ ਚਿੰਤਾ ਸਤਾਉਣ ਲੱਗੀ। ਮੇਰੇ ਮਾਤਾ ਪਿਤਾ ਮੇਰੇ ਲਈ ਰਿਸ਼ਤਾ ਲੱਭਣ ਲੱਗੇ। ਕੁਝ ਦਿਨਾਂ ਬਾਅਦ ਮੇਰੇ ਘਰ ਦੇ ਮੈਂਬਰਾਂ ਨੂੰ ਮੇਰੇ ਲਈ ਰਿਸ਼ਤਾ ਪਸੰਦ ਆਇਆ। ਮੁੰਡੇ ਦਾ ਨਾਮ ਸ਼ੇਖਰ ਸੀ। ਮੈਂ ਸ਼ੇਖਰ ਨਾਲ ਵਿਆਹ ਕਰਵਾ ਲਿਆ। ਮੇਰਾ ਪਤੀ ਸ਼ੇਖਰ ਬਹੁਤ ਹੀ ਚੰਗਾ ਇਨਸਾਨ ਸੀ। ਮੈਂ ਬਹੁਤ ਆਰਾਮਦਾਇਕ ਜੀਵਨ ਬਤੀਤ ਕਰ ਰਹੀ ਸੀ। ਵਿਆਹ ਤੋਂ ਬਾਅਦ ਵੀ ਮੇਰੇ ਪਤੀ ਨੇ ਮੈਨੂੰ ਬਹੁਤ ਪਿਆਰ ਦਿੱਤਾ। ਮੇਰੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ। ਕੁਝ ਦਿਨਾਂ ਬਾਅਦ ਰੱਬ ਨੇ ਮੈਨੂੰ ਜੁੜਵਾ ਪੁੱਤਰ ਦਿੱਤੇ। ਘਰ ਵਿੱਚ ਖੁਸ਼ੀ ਦਾ ਮਾਹੌਲ ਸੀ। ਮੈਂ ਵੀ ਖੁਸ਼ ਸੀ, ਪਰ ਮੈਨੂੰ ਇੱਕ ਧੀ ਵੀ ਚਾਹੀਦੀ ਸੀ। ਮੈਂ ਇੱਕ ਧੀ ਦੀ ਇੱਛਾ ਰੱਖਣ ਲੱਗੀ। ਮੈਂ ਆਪਣੇ ਪਤੀ ਨੂੰ ਕਿਹਾ ਕਿ ਰੱਬ ਨੇ ਮੈਨੂੰ ਉਹ ਸਾਰੀਆਂ ਖੁਸ਼ੀਆਂ ਦਿੱਤੀਆਂ ਹਨ ਜੋ ਮੈਂ ਚਾਹੁੰਦੀ ਸੀ, ਪਰ ਅਜੇ ਇੱਕ ਕਮੀ ਹੈ, ਇੱਕ ਧੀ ਦੀ। ਮੇਰੇ ਪਤੀ ਨੇ ਕਿਹਾ, ਤੁਸੀਂ ਰੱਬ ਦਾ ਸ਼ੁਕਰ ਅਦਾ ਕਰੋ, ਆਪਣੇ ਘਰ 2 ਪੁੱਤਰ ਪੈਦਾ ਹੋਏ ਹਨ। ਲੋਕ ਪੁੱਤਰਾਂ ਨੂੰ ਤਰਸਦੇ ਹਨ, ਪਰ ਮੈਂ ਕਿਹਾ ਮੈਨੂੰ ਵੀ ਇੱਕ ਧੀ ਚਾਹੀਦੀ ਹੈ। ਕੁਝ ਮਹੀਨਿਆਂ ਬਾਅਦ ਮੈਂ ਫਿਰ ਇੱਕ ਬੱਚੇ ਨੂੰ ਜਨਮ ਦਿੱਤਾ, ਪਰ ਇਸ ਵਾਰੀ ਵੀ ਮੈਂ ਇੱਕ ਪੁੱਤਰ ਨੂੰ ਜਨਮ ਦਿੱਤਾ। ਹੁਣ ਮੈਂ 3 ਪੁੱਤਰਾਂ ਦੀ ਮਾਂ ਬਣ ਗਈ। ਮੈਂ ਉਮੀਦ ਛੱਡ ਦਿੱਤੀ, ਕਿਉਂਕਿ ਸ਼ਾਇਦ ਮੇਰੀ ਕਿਸਮਤ ਵਿੱਚ ਧੀ ਨਹੀਂ ਸੀ, ਪਰ ਫਿਰ ਵੀ ਮੈਂ ਖੁਸ਼ ਸੀ ਅਤੇ ਅਸੀਂ ਆਪਣੇ 3 ਪੁੱਤਰਾਂ ਦਾ ਪਾਲਣ ਪੋਸ਼ਣ ਬਹੁਤ ਵਧੀਆ ਕਰ ਰਹੇ ਸੀ। ਕਈ ਵਾਰ ਮੇਰੇ ਪਤੀ ਮੈਨੂੰ ਕਹਿੰਦੇ ਸੀ ਕਿ ਹੁਣ ਮੈਂ ਸ਼ਾਂਤੀ ਨਾਲ ਮਰ ਸਕਾਂਗਾ, ਕਿਉਂਕਿ ਮੇਰੇ ਤੋਂ ਬਾਅਦ 3 ਪੁੱਤਰ ਤੁਹਾਡੀ ਦੇਖਭਾਲ ਕਰਨਗੇ। ਉਹ ਤੁਹਾਨੂੰ ਰਾਣੀ ਵਾਂਗ ਰੱਖਣਗੇ। ਤੁਹਾਡੀਆਂ 3 ਨੂੰਹਾਂ ਹੋਣਗੀਆਂ ਜੋ ਤੈਨੂੰ ਉੱਠ ਕੇ ਪਾਣੀ ਵੀ ਨਹੀਂ ਪੀਣ ਦੇਣਗੀਆਂ। ਤੁਸੀਂ ਆਰਾਮ ਦੀ ਜ਼ਿੰਦਗੀ ਜੀਓਗੇ। ਉਹਨਾਂ ਦੀਆਂ ਇਹ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ ਸੀ ਅਤੇ ਮੈਂ ਗੁੱਸੇ ਵਿੱਚ ਕਹਿੰਦੀ ਸੀ, ਇਹੋ ਜਿਹੀਆਂ ਗੱਲਾਂ ਨਾ ਕਰੋ। ਤੁਸੀਂ ਮੇਰੇ ਸਿਰ ਦਾ ਤਾਜ ਹੋ। ਤੁਹਾਡੇ ਤਰ੍ਹਾਂ ਮੈਨੂੰ ਕੌਣ ਪਿਆਰ ਕਰੇਗਾ? ਮੈਂ ਤੁਹਾਡੇ ਤੋਂ ਪਹਿਲਾਂ ਮਰਨਾ ਚਾਹੁੰਦੀ ਹਾਂ। ਮੇਰਾ ਜਵਾਬ ਸੁਣ ਕੇ ਮੇਰਾ ਪਤੀ ਹੱਸਿਆ। ਮੇਰੇ ਸੱਸ ਸਹੁਰੇ ਤੇ ਮੇਰੇ ਮਾਂ-ਪਿਓ ਵੀ ਇਸ ਦੁਨੀਆ ਤੇ ਨਹੀਂ ਸਨ। ਸਿਰਫ ਮੇਰਾ ਪਤੀ ਹੀ ਮੇਰੇ ਲਈ ਸਭ ਸੀ, ਪਰ ਸ਼ਾਇਦ ਮੇਰੀ ਕਿਸਮਤ ਵਿੱਚ ਮੇਰੇ ਪਤੀ ਤੋਂ ਪਹਿਲਾਂ ਮਰਨਾ ਨਹੀਂ ਲਿਖਿਆ ਸੀ। ਇੱਕ ਦਿਨ ਮੇਰੇ ਪਤੀ ਨੂੰ ਪੇਟ 'ਚ ਦਰਦ ਹੋਇਆ ਤੇ ਉਹ ਦਰਦ ਹੀ ਉਹਨਾਂ ਦੀ ਮੌਤ ਦਾ ਕਾਰਨ ਬਣ ਗਿਆ। ਬਸ ਇੱਕ ਬਹਾਨਾ ਹੀ ਬਣਨਾ ਸੀ। ਉਹਨਾਂ ਦੀ ਮੌਤ ਦੇਖ ਮੈਂ ਬੇਹੋਸ਼ ਹੋ ਗਈ, ਕਿਉਂਕਿ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇਹ ਸਭ ਕੁਝ ਹੋਵੇਗਾ। ਉਸ ਦਿਨ ਦੁੱਖਾਂ ਦਾ ਪਹਾੜ ਟੁੱਟ ਗਿਆ। ਮੈਂ ਬਹੁਤ ਟਾਈਮ ਇਸ ਸਦਮੇ 'ਚ ਰਹੀ। ਮੇਰੇ ਛੋਟੇ ਛੋਟੇ ਬੱਚੇ ਸੀ, ਤਾਂ ਮੈਨੂੰ ਉਹਨਾਂ ਦੇ ਭਵਿੱਖ ਲਈ ਹੌਲੀ ਹੌਲੀ ਇਸ ਦੁੱਖ ਤੋਂ ਬਾਹਰ ਨਿਕਲਣਾ ਪਿਆ ਤੇ ਮੈਂ ਆਪਣੇ ਬੱਚਿਆਂ ਵੱਲ ਧਿਆਨ ਦੇਣ ਲੱਗ ਪਈ। ਜੋ ਮੇਰੇ ਪਤੀ ਨੇ ਪੈਸੇ ਬਚਾ ਕੇ ਰੱਖੇ ਸੀ, ਕਿੰਨੇ ਦਿਨਾਂ ਤੱਕ ਚੱਲਦੇ। ਘਰ ਜਾ ਪੈਸਿਆਂ ਦੀ ਤੰਗੀ ਆਉਣ ਲੱਗੀ ਤੇ ਬੱਚਿਆਂ ਲਈ ਮੈਨੂੰ ਹੀ ਕੁਝ ਕਰਨਾ ਪੈਣਾ ਸੀ। ਇਸ ਲਈ ਮੈਂ ਘਰ ਵਿੱਚ ਸਿਲਾਈ ਦਾ ਕੰਮ ਸ਼ੁਰੂ ਕਰ ਦਿੱਤਾ, ਪਰ ਉਸ ਤੋਂ ਕਿੰਨੇ ਕੁ ਪੈਸੇ ਬਣਦੇ, ਪਰ ਕਿਸੇ ਤਰ੍ਹਾਂ ਮੈਂ ਇੱਧਰ ਉੱਧਰ ਕਰਕੇ ਘਰ ਦਾ ਗੁਜ਼ਾਰਾ ਕਰ ਲਿਆ ਕਰਦੀ। ਪੈਸੇ ਦੀ ਸਮੱਸਿਆ ਨੂੰ ਦੇਖਦਿਆਂ ਮੇਰੇ ਵੱਡੇ ਪੁੱਤਰ ਨੇ ਮੈਨੂੰ ਕਿਹਾ ਕਿ ਮਾਂ ਪੜ੍ਹਾਈ ਛੱਡ ਕੇ ਕੋਈ ਛੋਟਾ ਮੋਟਾ ਕੰਮ ਕਰ ਲੈਂਦਾ ਹਾਂ, ਪਰ ਮੈਂ ਉਸ ਨੂੰ ਗੁੱਸੇ ਹੋ ਕੇ ਪੜ੍ਹਾਈ ਵੱਲ ਧਿਆਨ ਦੇਣ ਨੂੰ ਕਿਹਾ, ਕਿਉਂਕਿ ਮੇਰੇ ਪਤੀ ਦੀ ਇੱਛਾ ਸੀ ਕਿ ਮੇਰੇ ਬੇਟੇ ਪੜ੍ਹ ਲਿਖ ਕੇ ਵੱਡੇ ਅਫਸਰ ਬਣਨ। ਇਸ ਲਈ ਮੈਂ ਉਹਨਾਂ ਦੇ ਸੁਪਨੇ ਤੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਦਿਨ ਰਾਤ ਮਿਹਨਤ ਕਰਨ ਲੱਗੀ। ਕਦੇ ਕਦੇ ਕੰਮ ਕਰਦੇ ਕਰਦੇ ਹਿੰਮਤ ਹਾਰਨ ਲੱਗਦੀ ਤਾਂ ਰੱਬ ਨੂੰ ਸ਼ਿਕਾਇਤ ਕਰਦੀ, ਮੇਰੀ ਕਿਸਮਤ 'ਚ ਇੰਨਾ ਦੁੱਖ ਕਿਉਂ ਲਿਖਿਆ ਸੀ। ਤੇ ਆਪਣੇ ਬੱਚਿਆਂ ਦੇ ਮੂੰਹ ਦੇਖ ਮੈਂ ਆਪਣੇ ਆਪ ਨੂੰ ਸੰਭਾਲ ਲੈਂਦੀ ਕਿ ਮੇਰੇ 3 ਪੁੱਤਰ ਹਨ, ਇਹ ਵੱਡੇ ਹੋ ਕੇ ਮੇਰੀ ਸਾਰੀ ਥਕਾਨ ਦੂਰ ਕਰ ਦੇਣਗੇ। ਪਰ ਮੇਰੀ ਕਿਸਮਤ ਦੂਰ ਖੜ ਕੇ ਹੱਸ ਰਹੀ ਸੀ ਤੇ ਮੈਂ ਕਿੰਨੀ ਭੋਲੀ ਹੁੰਦੀ ਹਾਂ ਜੋ ਆਪਣੇ ਬੱਚਿਆਂ ਨੂੰ ਇੰਨਾ ਪਿਆਰ ਕਰਦੀ ਹਾਂ। ਮੈਂ ਉਹਨਾਂ ਦੀ ਹਰ ਛੋਟੀ ਵੱਡੀ ਖੁਸ਼ੀ ਦਾ ਧਿਆਨ ਰੱਖਦੀ ਹਾਂ। ਮਾਂ ਹਮੇਸ਼ਾ ਚਾਹੁੰਦੀ ਹੈ ਕਿ ਉਸ ਦੇ ਬੱਚਿਆਂ ਨੂੰ ਕਦੇ ਕੋਈ ਸਮੱਸਿਆ ਨਾ ਆਵੇ। ਇਸ ਤਰ੍ਹਾਂ ਦਿਨ ਬੀਤਦੇ ਗਏ ਅਤੇ ਹੌਲੀ ਹੌਲੀ ਮੇਰੇ ਵੱਡੇ ਪੁੱਤਰ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ। ਪੜ੍ਹਾਈ ਕਰਨ ਤੋਂ ਬਾਅਦ ਉਸ ਨੂੰ ਚੰਗੀ ਨੌਕਰੀ ਮਿਲ ਗਈ। ਮੈਂ ਉਸ ਦਿਨ ਬਹੁਤ ਖੁਸ਼ ਸੀ।
ਜਿਸ ਨੂੰ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ ਸੀ। ਨੌਕਰੀ ਲੱਗਣ ਤੋਂ ਬਾਅਦ ਉਸ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਗਏ। ਮੈਂ ਚੰਗਾ ਰਿਸ਼ਤਾ ਦੇਖ ਵਿਆਹ ਕਰ ਦਿੱਤਾ, ਪਰ ਮੇਰੀ ਵੱਡੀ ਨੂੰ ਬਹੁਤ ਚੁਸਤ ਤੇ ਲੜਾਈਖੋਰ ਸੀ। ਉਹ ਕਦੇ ਵੀ ਲੜਾਈ ਦਾ ਮੌਕਾ ਹੱਥੋਂ ਨਹੀਂ ਜਾਣ ਦਿੰਦੀ ਸੀ ਤੇ ਕੰਮ ਨੂੰ ਬੋਝ ਸਮਝਦੀ ਸੀ। ਇਸ ਲਈ ਮੈਂ ਘਰ ਦੇ ਸਾਰੇ ਕੰਮ ਆਪ ਕਰਨ ਲੱਗ ਗਈ, ਪਰ ਫਿਰ ਵੀ ਉਸ ਨੂੰ ਚੈਨ ਨਹੀਂ ਆਇਆ। ਉਸਨੇ ਮੇਰੇ ਬੇਟੇ ਨੂੰ ਉਕਸਾਉਣਾ ਸ਼ੁਰੂ ਕਰ ਦਿੱਤਾ। ਮੈਂ ਤੰਗ ਆ ਗਈ ਸੀ ਰੋਜ਼-ਰੋਜ਼ ਦੀ ਲੜਾਈ ਤੋਂ, ਪਰ ਫਿਰ ਵੀ ਮੈਂ ਚੁੱਪ ਰਹੀ। ਵੱਡੇ ਪੁੱਤਰ ਨੇ ਵਿਆਹ ਨੂੰ ਹਾਲੇ 6 ਮਹੀਨੇ ਹੀ ਨਹੀਂ ਹੋਏ ਸੀ। ਉਹ ਸਾਡੇ ਤੋਂ ਵੱਖਰੇ ਹੋ ਗਏ ਤੇ ਨਵੇਂ ਘਰ ਵਿੱਚ ਚਲੇ ਗਏ। ਉਸ ਦਿਨ ਮੈਂ ਬਹੁਤ ਰੋਈ। ਹੌਲੀ-ਹੌਲੀ ਮੇਰੇ ਦੂਸਰੇ ਪੁੱਤਰ ਦੀ ਪੜ੍ਹਾਈ ਪੂਰੀ ਹੋ ਗਈ ਤੇ ਉਸ ਨੂੰ ਵੀ ਚੰਗੀ ਨੌਕਰੀ ਮਿਲ ਗਈ। ਉਸ ਨੂੰ ਇੱਕ ਕੁੜੀ ਪਸੰਦ ਆ ਗਈ ਤੇ ਮੇਰੇ ਕੋਲੋਂ ਬਿਨਾਂ ਪੁੱਛੇ ਵਿਆਹ ਕਰਾ ਲਿਆ। ਉਸ ਨੂੰ ਘਰ ਦਾ ਕੋਈ ਕੰਮ ਨਹੀਂ ਆਉਂਦਾ ਸੀ, ਪਰ ਮੈਂ ਉਸ ਨੂੰ ਕਿਹਾ, ਮੈਂ ਤੇਰੀ ਮਾਂ ਹਾਂ, ਮੈਂ ਤੈਨੂੰ ਸਭ ਸਿਖਾ ਦੇਵਾਂਗੀ। ਪਰ ਉਹ ਕੋਈ ਕੰਮ ਸਿੱਖਣ ਲਈ ਤਿਆਰ ਨਹੀਂ ਸੀ। ਜੇ ਮੈਂ ਉਸ ਨੂੰ ਕੋਈ ਕੰਮ ਸਿਖਾਉਂਦੀ ਤਾਂ ਉਹ ਗੁੱਸੇ ਵਿੱਚ ਕਹਿੰਦੀ, ਤੂੰ ਮੈਨੂੰ ਨੌਕਰਾਣੀ ਸਮਝ ਕੇ ਰੱਖਿਆ ਹੈ, ਅਤੇ ਉੱਚੀ-ਉੱਚੀ ਰੌਲਾ ਪਾਉਂਦੀ। ਮੇਰੇ ਨਾਲ ਝਗੜਾ ਕਰਨ ਲੱਗ ਪੈਂਦੀ। ਕੁਝ ਦਿਨਾਂ ਬਾਅਦ ਇਹ ਪੁੱਤਰ ਅਤੇ ਨੂੰਹ ਵੀ ਮੇਰੇ ਤੋਂ ਅਲੱਗ ਹੋ ਗਏ। ਕੁਝ ਦਿਨਾਂ ਬਾਅਦ ਮੇਰੇ ਸਭ ਤੋਂ ਛੋਟੇ ਪੁੱਤਰ ਦਾ ਵੀ ਵਿਆਹ ਹੋ ਗਿਆ ਅਤੇ ਇਹ ਵੀ ਮੇਰੇ ਤੋਂ ਅਲੱਗ ਹੋ ਗਿਆ। ਜਿਸ ਦਿਨ ਮੇਰਾ ਸਭ ਤੋਂ ਛੋਟਾ ਪੁੱਤਰ ਅਲੱਗ ਹੋਇਆ, ਉਸ ਦਿਨ ਮੈਂ ਕੰਧਾਂ 'ਚ ਸਿਰ ਮਾਰ-ਮਾਰ ਕੇ ਰੋਈ। ਮੈਨੂੰ ਆਪਣੇ ਪਤੀ ਦੀ ਬਹੁਤ ਯਾਦ ਆਈ। ਪਤਾ ਨਹੀਂ ਕਦੋਂ ਰੋਂਦੇ-ਰੋਂਦੇ ਬੇਹੋਸ਼ ਹੋ ਗਈ। ਜਦੋਂ ਮੈਨੂੰ ਹੋਸ਼ ਆਈ ਤਾਂ ਚਾਰੇ ਪਾਸੇ ਹਨੇਰਾ ਸੀ ਅਤੇ ਮੈਂ ਇਕੱਲੀ ਸੀ। ਮੇਰੇ ਤਿੰਨੇ ਪੁੱਤਰ ਮੈਨੂੰ ਛੱਡ ਗਏ ਸਨ। ਮੈਨੂੰ ਕੋਈ ਪੁੱਛਣ ਤੱਕ ਵੀ ਨਹੀਂ ਆਇਆ। ਛੋਟੀ ਨੂੰ ਆਪਣੀ ਜ਼ਿੰਦਗੀ ਵਿੱਚ ਰੁੱਝੀ ਹੋਈ ਸੀ। ਕਈ ਵਾਰੀ ਮਿਹਰਬਾਨੀ ਕਰਕੇ ਉਹ ਮੇਰੇ ਅੱਗੇ ਰੋਟੀ ਸੁੱਟ ਦਿੰਦੀ ਸੀ ਅਤੇ ਕਈ ਵਾਰ ਮੈਨੂੰ ਭੁੱਖਾ ਰਹਿਣਾ ਪੈਂਦਾ ਸੀ। ਮੇਰੇ ਕੋਲ ਸਿਰਫ ਮੇਰਾ ਘਰ ਹੀ ਸੀ ਜੋ ਮੇਰੇ ਪਤੀ ਨੇ ਬਣਾਇਆ ਸੀ, ਜਿਸ ਦੇ ਸਹਾਰੇ ਮੈਂ ਆਪਣੀ ਜ਼ਿੰਦਗੀ ਜੀ ਰਹੀ ਸੀ। ਪਰ ਇੱਕ ਦਿਨ ਅਜਿਹਾ ਆਇਆ ਜਦੋਂ ਮੇਰੇ ਤਿੰਨੇ ਪੁੱਤਰ ਮੇਰੇ ਕੋਲ ਆਏ ਅਤੇ ਮੈਨੂੰ ਘਰ ਵੇਚਣ ਲਈ ਕਿਹਾ। ਮੈਂ ਘਰ ਵੇਚਣਾ ਨਹੀਂ ਸੀ ਚਾਹੁੰਦੀ, ਪਰ ਉਹਨਾਂ ਨੇ ਮੈਨੂੰ ਵੇਚਣ ਲਈ ਮਜਬੂਰ ਕਰ ਦਿੱਤਾ। ਮੇਰੇ ਕੋਲ ਇੱਕ ਘਰ ਸੀ, ਉਹ ਵੀ ਵਿਕ ਗਿਆ। ਹੁਣ ਮੈਂ ਬੇਵੱਸ ਹੋ ਗਈ ਸੀ। ਹੁਣ ਮੇਰੇ ਸਾਹਮਣੇ ਇੱਕ ਮਜਬੂਰੀ ਸੀ ਕਿ ਹੁਣ ਕਿਹੜਾ ਪੁੱਤਰ ਮੈਨੂੰ ਰੱਖੇਗਾ। ਤਿੰਨਾਂ ਪੁੱਤਰਾਂ ਨੇ ਮਿਲ ਕੇ ਸਲਾਹ ਕੀਤੀ ਕਿ ਮੈਂ ਇੱਕ ਹਫ਼ਤਾ ਵਾਰੀ-ਵਾਰੀ ਤਿੰਨ ਪੁੱਤਰਾਂ ਕੋਲ ਰਹਾਂਗੀ। ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਚੁੱਪਚਾਪ ਬੁੱਤ ਬਣ ਖੜੀ ਰਹੀ। ਹੁਣ ਮੈਂ ਆਪਣੇ ਤਿੰਨੇ ਪੁੱਤਰਾਂ 'ਤੇ ਬੋਝ ਬਣ ਗਈ ਸੀ। ਕੋਈ ਵੀ ਮੈਨੂੰ ਆਪਣੇ ਕੋਲ ਨਹੀਂ ਰੱਖਣਾ ਚਾਹੁੰਦਾ ਸੀ। ਜਿਵੇਂ ਹੀ ਇੱਕ ਹਫ਼ਤਾ ਬੀਤਦਾ, ਦੂਜੇ ਪੁੱਤਰ ਨੂੰ ਬੁਲਾ ਕੇ ਮੈਨੂੰ ਲੈ ਕੇ ਜਾਣ ਲਈ ਕਿਹਾ ਜਾਂਦਾ। ਇੱਕ ਦਿਨ ਮੈਂ ਬਹੁਤ ਜ਼ਿਆਦਾ ਬਿਮਾਰ ਹੋ ਗਈ। ਉਹਨਾਂ ਦਿਨਾਂ 'ਚ ਮੈਂ ਵੱਡੇ ਬੇਟੇ ਘਰ ਸੀ। ਮੇਰੀ ਵੱਡੀ ਨੂੰਹ ਨੂੰ ਵੈਸੇ ਵੀ ਮੈਂ ਪਸੰਦ ਨਹੀਂ ਸੀ। ਮੇਰੀ ਵੱਡੀ ਨੂੰਹ ਨੇ ਮੇਰੇ ਦੂਸਰੇ ਬੇਟੇ ਨੂੰ ਫੋਨ ਕੀਤਾ ਕਿ ਸਾਡੇ ਕੋਲ ਹਫ਼ਤਾ ਪੂਰਾ ਹੋ ਗਿਆ ਹੈ, ਪਰ ਮੇਰਾ ਦੂਸਰਾ ਪੁੱਤਰ ਤੇ ਉਸਦੀ ਘਰਵਾਲੀ ਤੇ ਪੁੱਤਰ ਘੁੰਮਣ ਗਏ ਸੀ। ਤਾਂ ਉਹਨਾਂ ਕਿਹਾ, ਅਸੀਂ ਬਾਹਰ ਹਾਂ। ਇਹ ਸੁਣ ਕੇ ਨੂੰਹ ਡਰ ਗਈ ਅਤੇ ਘਬਰਾ ਕੇ ਮੇਰੇ ਛੋਟੇ ਬੇਟੇ ਨੂੰ ਫੋਨ ਲਾਇਆ, ਪਰ ਛੋਟੇ ਪੁੱਤਰ ਨੇ ਮੈਨੂੰ ਆਪਣੇ ਕੋਲ ਰੱਖਣ ਤੋਂ ਇਨਕਾਰ ਕਰ ਦਿੱਤਾ। ਉਸਨੇ ਕਿਹਾ, ਹਾਲੇ ਮੇਰਾ ਹਫ਼ਤਾ ਨਹੀਂ ਆਇਆ। ਮੈਂ ਕੋਲ ਖੜੀ ਸਭ ਸੁਣ ਰਹੀ ਸੀ। ਮੈਨੂੰ ਪਤਾ ਸੀ ਕਿ ਉਸ ਸਮੇਂ ਮੇਰੇ ਦਿਲ 'ਤੇ ਕੀ ਬੀਤ ਰਹੀ ਸੀ। ਮੈਂ ਸੋਚ ਰਹੀ ਸੀ ਕਿ ਅੱਜ ਮੈਂ ਆਪਣੇ ਪੁੱਤਰਾਂ 'ਤੇ ਬੋਝ ਬਣ ਗਈ ਹਾਂ। ਮੇਰੇ ਪੁੱਤਰਾਂ ਨੂੰ ਮੇਰੀ ਜਮਾਂ ਵੀ ਪਰਵਾਹ ਨਹੀਂ। ਮੈਂ ਹਮੇਸ਼ਾ ਦਿਲ 'ਚ ਰੋ ਲੈਂਦੀ, ਪਰ ਅੱਜ ਮੇਰੇ ਹੰਝੂ ਅੱਖਾਂ 'ਚੋਂ ਵੀ ਵਹਿ ਰਹੇ ਸੀ। ਚਾਹ ਕੇ ਵੀ ਮੈਂ ਹੰਝੂਆਂ ਨੂੰ ਰੋਕ ਨਹੀਂ ਪਾਈ ਤੇ ਅੰਦਰ ਜਾ ਲੇਟ ਗਈ। ਰੋਂਦੇ-ਰੋਂਦੇ ਪਤਾ ਨਾ ਲੱਗਿਆ ਕਦੋਂ ਸੌਂ ਗਈ। ਉਸ ਦਿਨ ਮੇਰੀ ਵੱਡੀ ਨੂੰਹ ਨੇ ਮੈਨੂੰ ਰੋਟੀ ਵੀ ਨਹੀਂ ਦਿੱਤੀ। ਮੈਂ ਬੁਖਾਰ ਨਾਲ ਤੜਫ ਰਹੀ ਸੀ। ਜਦੋਂ ਮੈਂ ਉੱਠੀ ਤਾਂ ਮੈਨੂੰ ਪਿਆਸ ਲੱਗੀ ਤੇ ਮੈਂ ਰਸੋਈ ਵੱਲ ਗਈ। ਮੇਰੇ ਕੋਲੋਂ ਤੁਰਿਆ ਵੀ ਨਹੀਂ ਜਾ ਰਿਹਾ ਸੀ। ਮੈਂ ਰਸੋਈ ਵਿੱਚ ਪਾਣੀ ਪੀਤਾ ਤੇ ਖਾਣ ਪੀਣ ਲਈ ਕੁਝ ਲੱਭ ਰਹੀ ਸੀ। ਮੇਰੇ ਹੱਥ ਗਿਲਾਸ ਨੂੰ ਵੱਜਿਆ ਤੇ ਡਿੱਗਣ ਦੀ ਆਵਾਜ਼ ਕਾਰਨ ਮੇਰੀ ਨੂੰਹ ਆ ਕੇ ਬੋਲਣ ਲੱਗ ਗਈ। ਉਸਨੇ ਮੈਨੂੰ ਹੱਥ ਤੋਂ ਪਕੜਿਆ ਤੇ ਮੇਰੇ ਮੰਜੇ ਕੋਲ ਜਾ ਕੇ ਉਸ 'ਤੇ ਧੱਕਾ ਮਾਰ ਦਿੱਤਾ ਤੇ ਕਿਹਾ, ਤੈਨੂੰ ਰੱਖਣ ਦਾ ਮੇਰਾ ਹਫ਼ਤਾ ਖਤਮ ਹੋ ਗਿਆ ਹੈ ਤੇ ਹੁਣ ਰਸੋਈ ਵੱਲ ਜਾਣ ਦੀ ਹਿੰਮਤ ਨਾ ਕਰੀ। ਇਹ ਕਹਿ ਉਹ ਚਲੀ ਗਈ ਤੇ ਮੇਰੇ ਬੇਟੇ ਦੇ ਜਾ ਕੰਨ ਭਰੇ। ਮੇਰਾ ਬੇਟਾ ਗੁੱਸੇ ਵਿੱਚ ਮੇਰੇ ਕੋਲ ਆਇਆ ਤੇ ਕਿਹਾ, ਮਾਂ ਬਹੁਤ ਹੋ ਗਿਆ। ਮੈਂ ਸੋਚਿਆ ਮੇਰਾ ਪੁੱਤਰ ਮੈਨੂੰ ਡਾਕਟਰ ਕੋਲ ਲੈ ਜਾਵੇਗਾ। ਉਸ ਦੇ ਕਹਿਣ 'ਤੇ ਮੈਂ ਤੁਰੰਤ ਕਾਰ 'ਚ ਬੈਠ ਗਈ, ਪਰ ਮੈਨੂੰ ਡਾਕਟਰ ਕੋਲ ਲਿਜਾਣ ਦੀ ਬਜਾਏ ਮੇਰਾ ਬੇਟਾ ਮੈਨੂੰ ਬਿਰਧ ਆਸ਼ਰਮ 'ਚ ਛੱਡਣ ਆਇਆ ਸੀ। ਇਹ ਸਭ ਦੇਖ ਕੇ ਮੈਂ ਹੈਰਾਨ ਰਹਿ ਗਈ ਕਿ ਮੇਰਾ ਲਾਡਲਾ ਪੁੱਤਰ ਮੇਰੇ ਨਾਲ ਇੰਜ ਕਰ ਰਿਹਾ ਹੈ। ਉਹ ਛੱਡ ਕੇ ਚਲਾ ਗਿਆ।
ਮੇਰੇ ਨਾਲ ਇੰਨਾ ਸਭ ਹੋਣ ਤੋਂ ਵੀ ਜਿੰਦਾ ਖੜੀ ਸੀ। ਬਸ ਮੇਰੇ ਸਾਹ ਹੀ ਚੱਲ ਰਹੀ ਸੀ। ਮੈਂ ਅੰਦਰੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ। ਅੱਜ ਮੇਰੀਆਂ ਅੱਖਾਂ 'ਚ ਹੰਝੂ ਨਹੀਂ ਸੀ, ਪਰ ਮੇਰੇ ਦਿਲ ਖੂਨ ਦੇ ਹੰਝੂ ਰੋ ਰਿਹਾ ਸੀ। ਫਿਰ ਕਿਸੇ ਦੇ ਹੱਥ ਮੇਰੇ ਮੋਢੇ ਤੇ ਰੁਕਿਆ ਅਤੇ ਆਵਾਜ਼ ਆਈ, ਭੈਣ ਹੌਸਲਾ ਰੱਖ, ਇਹੀ ਦੁਨੀਆਦਾਰੀ ਹੈ। ਅਤੇ ਮੈਂ ਉਸ ਭਰਾ ਦੇ ਮੋਢੇ ਤੇ ਸਿਰ ਰੱਖ ਕੇ ਰੋ ਰਹੀ ਸੀ। ਮੈਂ ਉੱਥੇ ਰਹਿਣ ਲੱਗ ਗਈ ਤੇ ਉਡੀਕ ਕਰਨ ਲੱਗੀ ਕਿ ਕੋਈ ਤਾਂ ਮੈਨੂੰ ਯਾਦ ਕਰੇਗਾ, ਕੋਈ ਤਾਂ ਮਿਲਣ ਲਈ ਆਵੇਗਾ। ਪਰ ਇੱਕ ਦਿਨ ਇਹ ਵੀ ਸਾਰੀਆਂ ਉਮੀਦਾਂ ਟੁੱਟ ਗਈਆਂ ਜਦੋਂ ਮੈਨੂੰ ਪਤਾ ਲੱਗਾ ਕਿ ਮੇਰੇ ਪੁੱਤਰਾਂ ਨੇ ਲਿਖ ਕੇ ਦਿੱਤਾ ਹੈ ਕਿ ਭਾਵੇਂ ਸਾਡੀ ਮਾਂ ਮਰ ਜਾਵੇ, ਸਾਨੂੰ ਖਬਰ ਨਾ ਦਿੱਤੀ ਜਾਵੇ। ਇਹ ਖਬਰ ਸੁਣ ਕੇ ਮੇਰੀਆਂ ਸਾਰੀਆਂ ਉਮੀਦਾਂ ਟੁੱਟ ਗਈਆਂ। ਜਿਨ੍ਹਾਂ ਆਸਾਂ ਉੱਤੇ ਮੈਂ ਜੀ ਰਹੀ ਸੀ ਉਹ ਵੀ ਟੁੱਟ ਗਈਆਂ। ਪਰ ਕਿੰਨਾ ਚਿਰ ਮੈਂ ਹੰਝੂ ਆਉਂਦੀ। ਇਸ ਲਈ ਮੈਂ ਹੌਸਲਾ ਕਰ ਇਸ ਆਸ਼ਰਮ ਨੂੰ ਆਪਣਾ ਘਰ ਮੰਨ ਲਿਆ। ਮੈਂ ਅੱਜ ਵੀ ਇੱਥੇ ਰਹਿੰਦੀ ਹਾਂ ਅਤੇ ਮੈਂ ਆਪਣੇ ਬੱਚਿਆਂ ਤੋਂ ਬਿਨਾਂ ਰਹਿਣਾ ਸਿੱਖ ਲਿਆ ਹੈ। ਹੁਣ ਮੈਨੂੰ ਕਿਸੇ ਪੁੱਤਰ ਦੀ ਨਹੀਂ ਕਿ ਅੱਜ ਮੈਨੂੰ ਉਹ ਮਿਲਣ ਆਉਣ ਜਾਂ ਨਾ। ਉਹ ਆਪਣੀ ਜ਼ਿੰਦਗੀ 'ਚ ਬਿਜੀ ਹਨ। ਉਸ ਦਿਨ ਉਹਨਾਂ ਨੂੰ ਅਹਿਸਾਸ ਜ਼ਰੂਰ ਹੋਵੇਗਾ ਤੇ ਯਾਦ ਵੀ ਆਵੇਗੀ ਜਦੋਂ ਉਹਨਾਂ ਦੇ ਬੱਚਿਆਂ ਨੇ ਇੰਜ ਉਹਨਾਂ ਨਾਲ ਕੀਤਾ। ਮੈਂ ਅੱਜ ਵੀ ਉਹਨਾਂ ਬਾਰੇ ਬੁਰਾ ਨਹੀਂ ਕਹਿੰਦੀ, ਕਿਉਂਕਿ ਮਾਂ ਕਦੇ ਵੀ ਬਦਦੁਆ ਆਪਣੇ ਬੱਚਿਆਂ ਨੂੰ ਨਹੀਂ ਦਿੰਦੀ, ਸਿਰਫ ਦੁਆ ਦਿੰਦੀ ਹੈ। ਇੱਕ ਦਿਨ ਉਹਨਾਂ ਨੂੰ ਮੇਰੀ ਕੀਮਤ ਜ਼ਰੂਰ ਪਤਾ ਲੱਗ ਜਾਵੇਗੀ ਜਦੋਂ ਉਹਨਾਂ ਦੇ ਪੁੱਤਰ ਜਵਾਨ ਹੋ ਗਏ ਤੇ ਉਹਨਾਂ ਨਾਲ ਇੰਜ ਕਰਨਗੇ। ਇਹ ਸੀ ਇੱਕ ਬੇਵਸ ਮਾਂ ਦੀ ਕਹਾਣੀ। ਉਸ ਮਾਂ ਦੀ ਕਹਾਣੀ ਸੁਣ ਕੇ ਮੇਰੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਸੋ ਦੋਸਤੋ, ਇੱਦਾਂ ਦੀਆਂ ਹੋਰ ਵਧੀਆ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ। ਤੁਹਾਡਾ ਬਹੁਤ ਬਹੁਤ ਧੰਨਵਾਦ।